ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਵੀ ਸੰਧੂ, ਰੀਅਲ ਏਸਟੇਟ ਏਜੰਟ ਫਰੋਮ ਬਾਰਫੁੱਟ ਐਂਡ ਥੌਮਸਨ। ਜਦੋਂ ਵੀ ਕਿਸੇ ਨੇ ਘਰ ਲੈਣਾ ਹੁੰਦਾ ਨਾ ਫਸਟ ਹੋਮ, ਮੈਨੂੰ ਕਿਸੇ ਦਾ ਵੀ ਕਾਲ ਆਉਂਦਾ ਆ, ਅਕਸਰ ਫਸਟ ਹੋਮ ਬਾਇਰਸ ਦੇ ਮਾਈਂਡ 'ਚ ਬਹੁਤ ਜ਼ਿਆਦਾ ਕੁਐਸਚਨਸ ਹੁੰਦੇ ਆ। ਕੁਝ ਕੁ ਕੁਐਸਚਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਜਵਾਬ ਇੱਕ ਪ੍ਰੋਫੈਸ਼ਨਲ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਮੋਰਗੇਜ ਐਡਵਾਈਜ਼ਰ, ਮੋਰਗੇਜ ਬ੍ਰੋਕਰ ਕਹਿ ਲਓ, ਉਹਨਾਂ ਕੋਲ ਹੀ ਹੁੰਦੇ ਆ। ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਐਸਾ ਬੰਦਾ ਮਿਲਾਉਂਗਾ ਜੋ ਤੁਹਾਡੇ ਇਹੋ ਜਿਹੇ ਕੁਐਸਚਨਸ ਦੇ ਆਨਸਰ ਦੇ ਸਕਦਾ ਹੈ। ਸ਼ਾਇਦ ਤੁਹਾਡੇ ਵੀ ਮਾਈਂਡ 'ਚ ਹੋਣ ਅਗਰ ਤੁਸੀਂ ਆਪਣਾ ਪਹਿਲਾ ਘਰ ਲੈਣਾ। ਅੱਜ ਸਾਡੇ ਨਾਲ ਹੈ ਜੀ ਵਰੁਣ ਸਿੰਗਲਾ ਜੀ। ਭਾਜੀ ਆਪਣੀ ਥੋੜੀ ਜਿਹੀ ਇੰਟਰੋਡਕਸ਼ਨ ਦਿਓਗੇ? ਹਾਂਜੀ, I am Varun Singla from True Good Finance. I am based in Flatbush in East Auckland. ਹੁਣ ਆਪਾਂ ਨਾ ਤੁਹਾਨੂੰ ਥੋੜੇ ਜਿਹੇ ਕੁਐਸਚਨਸ ਪੁੱਛਣਾ ਚਾਹੁੰਦੇ ਹਾਂ ਜੋ ਬੇਸਿਕਲੀ ਫਸਟ ਹੋਮ ਬਾਇਰ ਸਾਡੇ ਤੋਂ ਪੁੱਛਦੇ ਫੋਨ ਕਰਕੇ। ਬਿਲਕੁਲ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਕੁਐਸਚਨਸ ਇਹ ਹੁੰਦਾ ਫਸਟ ਹੋਮ ਬਾਇਰ ਦਾ ਵੀ ਸਾਨੂੰ ਡਿਪੋਜ਼ਿਟ ਕਿੰਨਾ ਚਾਹੀਦਾ। ਫਸਟ ਹੋਮ ਬਾਇਰ ਆਪਣਾ ਪਹਿਲਾ ਘਰ 5% ਡਿਪੋਜ਼ਿਟ ਨਾਲ ਵੀ ਖਰੀਦ ਸਕਦੇ ਆ। ਅਗਰ ਉਹਨਾਂ ਕੋਲੇ 25,000 30,000 ਹੈਗਾ ਤਾਂ ਉਹ ਐਲੀਜੀਬਲ ਹੋ ਸਕਦੇ ਆ ਆਪਣਾ ਪਹਿਲਾ ਘਰ ਖਰੀਦਣ ਲਈ। ਓਕੇ ਜੀ, ਓਕੇ। ਮਤਲਬ ਕਿ ਜੇ ਉਹਨਾਂ ਦੇ ਕੋਲ 25 ਜਾਂ 30,000 ਵੀ ਹੈਗਾ ਆ, ਉਹ ਪਹਿਲਾ ਘਰ ਲੈ ਸਕਦੇ। ਉਹ ਫਿਰ ਕਿਸ ਰੇਂਜ ਤੱਕ ਘਰ, ਕਿੰਨੇ ਬਜਟ ਤੱਕ ਘਰ ਲੈ ਸਕਦੇ ਆ? ਉਹਦੇ ਵਿੱਚ ਆਪਾਂ ਨੂੰ ਦੇਖਣਾ ਪਏਗਾ ਜੀ ਕਿ ਉਹਨਾਂ ਦੀ ਇਨਕਮ ਕਿੰਨੀ ਹੈ। ਹਾਂਜੀ। ਤੇ ਉਹਨਾਂ ਦੀਆਂ ਲਾਇਬਿਲਿਟੀਜ਼ ਕੀ ਹੈ, ਉਹਨਾਂ ਦੇ ਖਰਚੇ ਕਿੰਨੇ ਆ, ਡਿਪੈਂਡੈਂਟ ਕਿਡਸ ਕਿੰਨੇ ਆ। ਇਸ ਕਰਕੇ ਉਹ ਫਿਰ ਪਰਸਨ ਟੂ ਪਰਸਨ ਵੇਰੀ ਕਰਦਾ। ਹਾਂਜੀ, ਇੱਥੋਂ ਇੱਕ ਹੋਰ ਕੁਐਸਚਨ ਯਾਦ ਆਇਆ ਵੀ ਇਹ ਵੀ ਪੁੱਛਣਾ ਜ਼ਰੂਰੀ ਹੈ। ਮੇਰੇ ਤੋਂ ਕਾਫੀ ਲੋਕ ਪੁੱਛਦੇ ਵੀ ਸਾਨੂੰ ਫਿਰ ਪੇ ਰੇਟ ਕਿੰਨਾ ਚਾਹੀਦਾ ਹੋਊਗਾ ਜਾਂ ਜੌਬ ਕਿੰਨੀ ਪੁਰਾਣੀ ਚਾਹੀਦੀ ਹੋਊਗੀ। ਜੌਬ ਦਾ ਸਟੇਬਿਲਿਟੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੌਬ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਉਸੇ ਬੇਸਿਸ ਦੇ ਉੱਪਰ ਉਹਨਾਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ ਜੀ। ਪੇ ਰੇਟ ਦੇ ਨਾਲ ਰਿਲੇਟਡ ਗੱਲ ਇਹ ਆ ਜਾਂਦੀ ਹੈ ਕਿ ਜਿੰਨਾ ਉਹਨਾਂ ਦਾ ਜ਼ਿਆਦਾ ਪੇ ਰੇਟ ਹੋਊਗਾ, ਉਹਨਾਂ ਦੀ ਅਫੋਰਡੇਬਿਲਿਟੀ ਉਸ ਹਿਸਾਬ ਨਾਲ ਵੱਧ ਜੂਗੀ ਤੇ ਲੋਨ ਹੋਣਾ ਉਹ ਥੋੜਾ ਉਹਨਾਂ ਦਾ ਹਾਈ ਅਮਾਉਂਟ ਤੱਕ ਜਾ ਸਕਦਾ। ਜੇ ਮੰਨ ਲਓ ਬਿਲਕੁਲ ਕਿਸੇ ਦੀ ਨਵੀਂ ਜੌਬ ਹੈ, ਉਹ ਵੀ ਲੈ ਸਕਦਾ ਪਹਿਲਾ ਘਰ? ਬਿਲਕੁਲ ਲੈ ਸਕਦੇ ਆ ਜੀ, ਪੋਸੀਬਿਲਿਟੀ ਬਿਲਕੁਲ ਹੁੰਦੀ ਹੈ ਜੀ। ਉਹ ਵੀ ਉਹਨਾਂ ਦੇ ਡਿਪੈਂਡ ਕਰਦਾ ਕਿ ਉਹਦੇ ਵਿੱਚ ਪ੍ਰੋਬੇਸ਼ਨ ਪੀਰੀਅਡ ਹੈਗਾ ਜਾਂ ਨਹੀਂ ਹੈਗਾ। ਉਦੋਂ ਪਹਿਲਾਂ ਉਹ ਕਿੰਨਾ ਟਾਈਮ ਜੌਬ ਕਰਦੇ ਸੀ, ਉਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਠੀਕ ਹੈ। ਤੇ ਇੱਕ ਹੋਰ ਪੁੱਛਦੇ ਆ ਬੜਾ ਇਹਨੂੰ ਰਿਲੇਟਡ ਕੁਐਸਚਨ ਵੀ ਸਾਡਾ ਫਿਰ ਇੰਟਰਸਟ ਰੇਟ ਕਿੰਨੇ ਦਾ ਲੌਕ ਹੋਊਗਾ? ਇੰਟਰਸਟ ਰੇਟ ਹੁਣ ਇਹ ਡਿਪੈਂਡ ਕਰਦਾ ਜੀ। ਅਗਰ ਤੁਹਾਡੇ ਕੋਲੇ 20% ਡਿਪੋਜ਼ਿਟ ਹੈ ਤਾਂ ਤੁਹਾਡਾ ਇੰਟਰਸਟ ਰੇਟ ਤੁਹਾਨੂੰ ਬੈਸਟ ਇੰਟਰਸਟ ਰੇਟ ਮਿਲੇਗਾ। ਪਰ ਅਗਰ ਤੁਹਾਡਾ 20% ਤੋਂ ਘੱਟ ਇੰਟਰਸਟ ਰੇਟ ਹੈ, ਅਗਰ ਤੁਸੀਂ ਕੈਂਗਾਰਾ ਥਰੂ ਜਾਂਦੇ ਆ ਤਾਂ ਉਹਨਾਂ ਦਾ 0.5% ਉਹਨਾਂ ਨੂੰ ਦੇਣਾ ਪਏਗਾ। ਅਗਰ ਤੁਸੀਂ ਨਾਰਮਲ ਬੈਂਕ ਥਰੂ ਜਾਂਦੇ ਆ ਤਾਂ 0.3 ਤੋਂ ਲੈ ਕੇ 0.75% ਦੈਟ ਇਜ਼ ਕਾਲਡ ਲੋ ਇਕੁਇਟੀ ਮਾਰਜਨ ਜਾਂ ਲੋ ਇਕੁਇਟੀ ਪ੍ਰੀਮੀਅਮ ਤੁਹਾਨੂੰ ਕਲਾਇੰਟ ਨੂੰ ਦੇਣਾ ਪਏਗਾ ਬੈਂਕ ਨੂੰ। ਹਾਂਜੀ। ਤੇ ਇੱਕ ਹੋਰ ਕੁਐਸਚਨ ਹੈ ਜੀ, ਮੋਸਟਲੀ ਆਈ ਥਿੰਕ ਇਹ ਫਸਟ ਹੋਮ ਬਾਇਰਸ ਦਾ ਵੀ, ਇਨਵੈਸਟਰਸ ਦਾ ਵੀ ਸ਼ਾਇਦ ਇਹ ਕੁਐਸਚਨ ਹੋ ਸਕਦਾ ਹੈ, ਇਜ਼ ਦਿਸ ਇਜ਼ ਦ ਰਾਈਟ ਟਾਈਮ ਟੂ ਬਾਈ ਅ ਪ੍ਰੋਪਰਟੀ? Good question ji. It's always a right time to buy. Always a right time to buy because property is a long term investment. ਅਗਰ ਤੁਸੀਂ ਕਹੋਗੇ ਸ਼ਾਰਟ ਟਰਮ ਗੋਲ ਹੈ, ਸ਼ਾਰਟ ਟਰਮ ਉਹਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲ ਗੇਨ ਹੋਏਗਾ, ਬਟ ਅਗਰ ਆਪਾਂ ਓਵਰਆਲ ਪਿਕਚਰ ਦੇ ਵਿੱਚ ਦੇਖਿਆ ਜਾਵੇ ਤਾਂ ਇਟਸ ਅ ਲੌਂਗ ਟਰਮ ਇਨਵੈਸਟਮੈਂਟ ਪਲਾਨ। ਮਤਲਬ ਕਿ ਆਪਾਂ ਹਜੇ ਵੀ ਪ੍ਰਾਪਰਟੀ ਖਰੀਦ ਸਕਦੇ ਹਾਂ, ਚਾਹੇ ਇੰਟਰਸਟ ਰੇਟ ਵੱਧ ਵੀ ਹੈ ਜਾਂ ਅੱਗੇ ਸਾਡਾ ਅਨਪ੍ਰੈਡਿਕਟੇਬਲ ਹੀ ਹੈ, ਫਿਰ ਵੀ ਫਸਟ ਹੋਮ ਬਾਇਰ ਜਾਂ ਕੋਈ ਇਨਵੈਸਟਰ ਨੂੰ ਪ੍ਰਾਪਰਟੀ ਲੈ ਲੈਣੀ ਚਾਹੀਦੀ ਹੈ। ਬਿਲਕੁਲ ਜੀ। ਇਹ ਦੋ ਚੀਜ਼ਾਂ ਹੁਣ ਦੇਖੋ, ਇਹਦੇ ਵਿੱਚ ਵੀ ਆਪਾਂ ਨੂੰ ਦੋ ਤਿੰਨ ਚੀਜ਼ਾਂ ਦੇਖਣੀਆਂ ਪੈਣਗੀਆਂ। ਜਦੋਂ ਇੰਟਰਸਟ ਰੇਟ ਘੱਟ ਹੋਏ, ਇਹਦਾ ਮਤਲਬ ਕਿ ਬੰਦੇ ਦੀ ਅਫੋਰਡੇਬਿਲਿਟੀ ਕੈਪੈਸਿਟੀ ਵੱਧ ਜਾਣੀ ਹੈ, ਉਹਦਾ ਲੋਨ ਹੋਣਾ ਵੱਧ ਜਾਏਗਾ। ਹਾਂਜੀ। ਉਹਦੇ ਨਾਲ ਪ੍ਰਾਪਰਟੀ ਮਾਰਕੀਟ ਆਪਣੇ ਆਪ ਹੀ ਉੱਪਰ ਜਾਏਗੀ। ਮਤਲਬ ਕਿ ਫਿਰ ਪ੍ਰਾਪਰਟੀ ਮਹਿੰਗੀ ਹੋ ਜਾਏਗੀ। ਜੇ ਇੰਟਰਸਟ ਰੇਟ ਡਾਊਨ ਜਾਊਗਾ ਫਿਰ ਪ੍ਰਾਪਰਟੀ ਮਹਿੰਗੀ ਹੋ ਜਾਏਗੀ। ਹਾਂਜੀ, ਇਹ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਜੀ। ਇੰਟਰਸਟ ਰੇਟ ਹਾਈ ਜਾਣਗੇ, ਅਫੋਰਡੇਬਿਲਿਟੀ ਘੱਟ ਹੋਏਗੀ, ਲੋਨ ਘੱਟ ਅਮਾਉਂਟ ਦੇ ਹੋਣਗੇ ਤੇ ਪ੍ਰਾਪਰਟੀ ਮਾਰਕੀਟ ਥੋੜੀ ਸਲੋ ਹੋਏਗੀ। ਇੰਟਰਸਟ ਰੇਟ ਘਟਣਗੇ, ਮਾਰਕੀਟ ਅਪ ਹੋਏਗੀ। ਹੁਣ ਤੁਸੀਂ ਹਿਸਟਰੀ ਚੈੱਕ ਕਰੀਏ, ਅੱਜ ਤੋਂ 2-3 ਸਾਲ ਪਹਿਲਾਂ ਕੀ ਹੋਇਆ ਸੀ? ਇੰਟਰਸਟ ਰੇਟ ਸੀਗੇ 2.2 ਦੇ, 3.5% ਤੇ ਪ੍ਰਾਪਰਟੀ ਮਾਰਕੀਟ ਬਹੁਤ ਜ਼ਿਆਦਾ ਅਪ ਚਲੀ ਗਈ ਸੀ। ਇੱਕ ਹੋਰ ਬਹੁਤ ਕਾਮਨ ਕੁਐਸਚਨ ਹੈ ਫਸਟ ਹੋਮ ਬਾਇਰਸ ਦਾ ਕਿ ਪੁਰਾਣਾ ਘਰ ਹੈ ਜਿਹੜਾ, ਤੁਸੀਂ 20% ਡਿਪੋਜ਼ਿਟ ਨਾਲ ਹੀ ਖਰੀਦ ਸਕਦੇ ਹੋ? ਨਹੀਂ ਜੀ ਨਹੀਂ, ਉਹ ਪੁਰਾਣਾ ਘਰ ਤੁਸੀਂ 5% ਜਾਂ 10% ਨਾਲ ਵੀ ਖਰੀਦਿਆ ਜਾ ਸਕਦਾ। ਇੱਕ ਗੱਲ ਹੋਰ ਪੁੱਛਦੇ ਆ ਸਾਰੇ ਵੀ ਪੁਰਾਣਾ ਘਰ ਲੈ ਕੇ ਫਾਇਦਾ ਕਿ ਨਵਾਂ ਘਰ ਲੈ ਕੇ ਫਾਇਦਾ? ਆਈ ਥਿੰਕ ਮੈਨੂੰ ਇਹ ਕੁਐਸਚਨ ਹਰ ਰੋਜ਼ ਇੱਕ ਨਾ ਵਾਰੀ ਕੋਈ ਪੁੱਛਦਾ ਵੀ ਪੁਰਾਣਾ ਘਰ ਲਈਏ ਕਿ ਨਵਾਂ ਲਈਏ ਤੇ ਫਿਊਚਰ 'ਚ ਕਿਹਦਾ ਫਾਇਦਾ? ਦੇਖੋ ਜੀ, ਇਹ ਡਿਪੈਂਡ ਕਰਦਾ ਉਹਨਾਂ ਦੀ ਪਰਸਨਲ ਚੋਇਸਸ ਦੇ ਉੱਪਰ। ਹਾਂਜੀ। ਕਿ ਉਹ ਪਰਸਨਲੀ ਕਿਉਂਕਿ ਹਰ ਬੰਦੇ ਦੀਆਂ ਰਿਕੁਆਇਰਮੈਂਟਸ ਅਲੱਗ-ਅਲੱਗ ਹੈ, ਉਹ ਉਹਨਾਂ ਦੀ ਪਰਸਨਲ ਚੋਇਸ ਹੈ ਕਿ ਨਵਾਂ ਘਰ ਲੈਣਾ ਚਾਹੁੰਦੇ ਆ ਜਾਂ ਪੁਰਾਣਾ। ਇਟਸ ਆਈ ਥਿੰਕ ਇਟਸ देयर ਪਰਸਨਲ ਚੋਇਸ। ਇੱਕ ਹੋਰ ਬੜਾ ਬੇਸਿਕ ਕੁਐਸਚਨ ਆਉਂਦਾ ਸਾਰਿਆਂ ਦਾ ਕਿ ਸੈਲਫ ਇੰਪਲੋਇਡ ਪੀਪਲ, ਚਾਹੇ ਜਿਹੜੇ ਉਬਰ ਚਲਾਉਂਦੇ ਆ, ਚਾਹੇ ਜਿਨ੍ਹਾਂ ਨੇ ਨਵਾਂ ਕਲੀਨਿੰਗ ਦਾ ਬਿਜ਼ਨਸ ਲਿੱਤਾ ਜਾਂ ਕੋਈ ਵੀ ਬਿਜ਼ਨਸ ਲਿੱਤਾ, ਕੀ ਉਹ ਘਰ ਲੈ ਸਕਦੇ ਆ ਤੇ ਉਹਨਾਂ ਦਾ ਬਿਜ਼ਨਸ ਕਿੰਨਾ ਪੁਰਾਣਾ ਹੋਣਾ ਚਾਹੀਦਾ? ਹਾਂਜੀ, ਇਹਦੇ ਵਿੱਚ ਕੀ ਹੈ ਜੀ ਕਿ ਜਦੋਂ ਕੋਈ ਬਿਜ਼ਨਸ ਓਨ ਕਰਦਾ, ਸਾਨੂੰ ਉਹਨਾਂ ਦੀ ਐਟਲੀਸਟ 2 ਸਾਲ ਦੇ ਫਾਈਨੈਂਸ਼ੀਅਲ ਚਾਹੀਦੇ ਆ। 2 ਸਾਲਾਂ ਦੇ ਵਿੱਚ ਅਸੀਂ ਉਹਦੇ ਵਿੱਚ ਦੇਖਾਂਗੇ ਕਿ ਕੀ ਬਿਜ਼ਨਸ ਸਸਟੇਨੇਬਲ ਹੈ,
ਕੀ ਉਹ ਮੋਰਗੇਜ ਅਫੋਰਡ ਕਰ ਸਕਦਾ, ਹਾਂਜੀ ਕੀ ਉਹ ਆਪਣੇ EMPLOYEES ਨੂੰ ਪੇ ਕਰ ਸਕਦਾ ਜਾਂ ਡਾਇਰੈਕਟਰ ਸ਼ੇਅਰ ਹੋਲਡਰਸ ਨੂੰ ਪੇ ਕਰ ਸਕਦਾ। ਫਿਰ ਉਹਨਾਂ ਨੂੰ ਅਸੈਸ ਕਰਕੇ ਫਿਰ ਉਹਨਾਂ ਨੂੰ ਐਲੀਜੀਬਿਲਟੀ ਚੈੱਕ ਕੀਤੀ ਜਾ ਸਕਦੀ ਹੈ ਕਿ ਕਿੰਨਾ ਲੋਨ ਹੋ ਸਕਦਾ ਉਹਦੇ ਬੇਸਿਸ ਦੇ ਉੱਪਰ। ਮਤਲਬ ਜੇ ਕਿਸੇ ਨੇ ਰੀਸੈਂਟਲੀ ਕਲੀਨਿੰਗ ਦਾ ਬਿਜ਼ਨਸ ਲਿੱਤਾ 1 ਮਹੀਨੇ ਪਹਿਲਾਂ ਜਾਂ ਉੱਪਰ 1 ਮਹੀਨੇ ਪਹਿਲਾਂ ਚਲਾਣੀ ਸਟਾਰਟ ਕੀਤੀ ਆ, ਉਹ ਫਿਰ ਐਲੀਜੀਬਲ ਨਹੀਂ ਹੋਏ? ਨਹੀਂ ਜੀ, 1 ਮਹੀਨੇ ਪੁਰਾਣਾ ਨਹੀਂ ਕੰਸੀਡਰ ਹੋਊਗਾ। ਹਾਂ, 1 ਸਾਲ ਪੁਰਾਣਾ ਉਹ ਕੇਸ ਬਾय ਕੇਸਿਸ ਕੰਸੀਡਰ ਕੀਤਾ ਜਾ ਸਕਦਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ ਵਰੁਣ ਭਾਜੀ। ਤੁਸੀਂ ਫਸਟ ਹੋਮ ਬਾਇਰਸ ਆਈ ਥਿੰਕ ਕਾਫੀ ਕੁਐਸਚਨ ਆਨਸਰ ਕਰਤੇ ਹੈ। ਇਨ ਕੇਸ ਜੇ ਫਿਰ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਮਾਈਂਡ 'ਚ ਕੋਈ ਹੋਰ ਸਵਾਲ ਹੈ, ਤੁਸੀਂ ਜ਼ਰੂਰ ਸਾਨੂੰ ਪੁੱਛੋ, ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਆਪਾਂ ਹੋਰਾਂ ਨੂੰ ਵੀ ਐਜੂਕੇਟ ਕਰੀਏ ਤੇ ਤੁਹਾਡੀ ਕੁਇਰੀਜ਼ ਨੂੰ ਆਨਸਰ ਕਰੀਏ। ਤੇ ਤੁਸੀਂ ਵਰੁਣ ਸਿੰਗਲਾ ਭਾਜੀ ਨੂੰ ਜਦੋਂ ਮਰਜ਼ੀ ਮਿਲ ਸਕਦੇ ਹੋ। ਟਰੂ ਗੁੱਡ ਫਾਈਨੈਂਸ ਇਹਨਾਂ ਦੀ ਕੰਪਨੀ ਹੈ। ਤੇ ਆਪਣਾ ਐਡਰੈਸ ਕੀ ਹੈ ਜੀ? ਨੰਬਰ 3 ਗ੍ਰਿਟਨ ਕੋਰਟ ਇਨ ਫਲੈਟਬੁਸ਼। ਤੇ ਨੰਬਰ ਥੱਲੇ ਦਿੱਤਾ ਹੋਇਆ ਸਕਰੀਨ ਤੇ। ਤੇ ਜੇ ਤੁਸੀਂ ਕੋਈ ਪ੍ਰਾਪਰਟੀ ਲੱਭ ਰਹੇ ਹੋ ਸਾਊਥ ਆਕਲੈਂਡ 'ਚ, ਤੁਹਾਨੂੰ ਕਿਤੇ ਵੀ ਘਰ ਚਾਹੀਦਾ ਹੈ, ਤੁਸੀਂ ਮੈਨੂੰ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰੋ, ਅਸੀਂ ਤੁਹਾਨੂੰ ਘਰ ਲੱਭ ਕੇ ਦੇਵਾਂਗੇ। ਤੇ ਬਾਕੀ ਮਿਲਦੇ ਹਾਂ ਜੀ ਅਗਲੇ ਇੰਟਰਵਿਊ 'ਚ।